ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਆ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਗੁਰਪੂਰੈ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤਮਈ ਗੁਰਬਾਣੀ ਜੀ ਦੇ ਜਾਪ ਹੋਏ ਹਨ। ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰੂ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਅਦਬ ਅਤੇ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਪੂਰੈ ਕਿਰਪਾ ਧਾਰੀ। ਗੁਰੂ ਪੂਰੇ ਨੇ ਕਿਰਪਾ ਕੀਤੀ। ਮਹਾਰਾਜ ਜੀ ਕਹਿੰਦੇ, ਜਿਸ ਵੇਲੇ ਸਾਧ ਸੰਗਤ ਜੀ ਗੁਰੂ ਕੀ ਵਡਾਲੀ ਵਾਲੇ ਸਥਾਨ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਥੇ ਅਵਤਾਰ ਹੋਇਆ ਤੇ ਸੁਲਹੀ ਖਾਂ ਸਲੱਬੀ ਖਾਂ ਜਿਹੜੇ ਗੁਰੂ ਘਰ ਦੇ ਦੁਸ਼ਮਣ ਸੀ ਉਹ ਮਾਰੇ ਗਏ। ਸਿੱਖ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਕੀ ਵਡਾਲੀ ਸਥਾਨ ਤੇ ਗਈਆਂ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਨਮਸਕਾਰ ਕੀਤੀ ਹੈ। ਬੈਠ ਕੇ ਵਿਚਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਭਰਾਤਾ ਪ੍ਰੀਥੀ ਚੰਦ ਨੇ ਬੜੇ ਵੈਰ ਵਿਰੋਧ ਕਮਾਏ ਹਨ। ਤੁਸੀਂ ਆਨੰਦ ਵਿੱਚ ਹੀ ਰਹੇ ਤੇ ਇਸੇ ਤਰ੍ਹਾਂ ਸੁਲਹੀ ਖਾਂ ਸਲੱਬੀ ਖਾਂ ਵਰਗਿਆਂ ਨੇ ਕਿੰਨੇ ਯਤਨ ਕੀਤੇ ਹਨ ਆਪ ਜੀ ਨੂੰ ਮਾਰਨ ਵਾਸਤੇ। ਮਹਾਰਾਜ ਸਾਹਿਬ ਜੀ ਫਿਰ ਵੀ ਆਪ ਜੀ ਆਨੰਦ ਵਿੱਚ ਰਹੇ ਤੇ ਇਸ ਤਰ੍ਹਾਂ ਦੇ ਬਚਨ ਬਿਲਾਸ ਸੰਗਤਾਂ ਕਰ ਰਹੀਆਂ ਸਨ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਸੰਗਤਾਂ ਨੂੰ ਬਖਸ਼ਿਸ਼ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਪ੍ਰੀਥੀ ਚੰਦ ਦਾ ਸਾਡੇ ਪ੍ਰਤੀ ਵਿਰੋਧ ਸੀ, ਸੁਲਹੀ ਖਾਂ ਤੇ ਸਲੱਬੀ ਖਾਂ ਵਰਗਿਆਂ ਨੇ ਸਾਡੇ ਉੱਪਰ ਚੜ੍ਹਾਈ ਕਰਕੇ ਆਉਣਾ ਸੀ, ਰਾਹ ਦੇ ਵਿੱਚ ਹੀ ਮਰ ਜਾਣਾ ਹੋ ਗਿਆ। ਤੇ ਇਸੇ ਤਰ੍ਹਾਂ
ਇਹ ਸਾਰੀ ਬਖਸ਼ਿਸ਼ ਨਾ ਕਹਿੰਦੇ ਪੂਰੇ ਗੁਰਾਂ ਦੀ ਹੈ। ਗੁਰ ਪੂਰੈ ਕਿਰਪਾ ਧਾਰੀ, ਪੂਰੇ ਗੁਰਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਐਸੇ ਪੂਰੇ ਸਤਿਗੁਰਾਂ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ। ਪ੍ਰਭ ਪੂਰੀ ਲੋਚ ਹਮਾਰੀ, ਤੇ ਜਿਹੜੀਆਂ ਸਾਡੀਆਂ ਇਛਾਵਾਂ ਸਨ ਉਹ ਵੀ ਪੂਰੀਆਂ ਕਰ ਦਿੱਤੀਆਂ। ਕਿਹੜੀਆਂ ਇਛਾਵਾਂ ਸਨ? ਕਿ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਧਾਰਨ ਕਰਨਾ, ਇਹ ਵੀ ਮਨ ਵਿੱਚ ਇੱਛਾ ਸੀ, ਪੂਰਿਆਂ ਗੁਰਾਂ ਨੇ ਕਿਰਪਾ ਕਰਕੇ ਪੂਰੀ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਭਾਵ ਭਗਤੀ ਨੂੰ ਸੰਗਤਾਂ ਦੇ ਵਿੱਚ ਦ੍ਰਿੜ ਕਰਾਉਣਾ, ਇਹ ਵੀ ਇੱਛਾ ਪੂਰੀ ਕਰ ਦਿੱਤੀ ਹੈ। ਪ੍ਰਭ ਪੂਰੀ ਲੋਚ ਹਮਾਰੀ, ਲੋਚਨਾ ਭਾਵ ਕੇ ਚਾਹਣਾ, ਜੋ ਸਾਡੀ ਚਾਹਨਾ ਸੀ, ਇੱਛਾ ਸੀ, ਉਹ ਪੂਰੀ ਹੋ ਗਈ ਹੈ। ਕਰ ਇਸਨਾਨ ਗ੍ਰਹਿ ਆਏ, ਤੇ ਉਸੇ ਵਕਤ ਮਹਾਰਾਜ ਸਾਹਿਬ ਜੀ ਕਹਿੰਦੇ ਅੰਮ੍ਰਿਤ ਸਰੋਵਰ ਦੇ ਵਿੱਚੋਂ, ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪੀ ਜਿਹੜਾ ਘਰ ਹੈ ਇਸ ਦੇ ਵਿੱਚ ਆਏ ਹਾਂ। ਆਨੰਦ ਮੰਗਲ ਸੁਖ ਪਾਏ, ਆਨੰਦ ਜਿਹੜਾ ਹੈ, ਅਸਲ ਆਨੰਦ ਹੈ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾਉਂਦੇ ਹੋਏ, ਮੰਗਲ ਗਾਉਂਦੇ ਹੋਏ ਆਨੰਦ ਦੇ ਸਹਿਤ ਸੁੱਖਾਂ ਨੂੰ ਪਾਇਆ ਹੈ। ਸੰਤ ਹੋ RAM ਨਾਮ ਨਿਸਤਰੀਐ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਨੂੰ ਮੁਖਾਤਬ ਕਰਕੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਹੇ ਗੁਰਸਿੱਖੋ, ਸੰਤ ਜਨੋ, ਪਰਮੇਸ਼ਰ ਦਾ ਨਾਮ ਜਪ ਕੇ ਹੀ ਨਿਸਤਾਰਾ ਹੁੰਦਾ ਸੰਸਾਰ ਤੋਂ। ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਉੱਠਦਿਆਂ, ਬਹਿੰਦਿਆਂ, ਤੁਰਦਿਆਂ, ਫਿਰਦਿਆਂ, ਸੌਂਦਿਆਂ, ਕੰਮ ਕਰਦਿਆਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਦਿਨ ਰਾਤ ਚੰਗੇ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹਨ, ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਜਿਹੜਾ ਸੰਤ ਦਾ ਮਾਰਗ ਐਸਾ ਸੰਗਤ ਜੀ, ਸ਼ਾਂਤ ਆਤਮਾ ਗੁਰਾਂ ਦਾ ਜਿਹੜਾ ਭਗਤੀ ਦੇ ਸਹਿਤ ਗਿਆਨ ਦਾ ਰਸਤਾ ਹੈ, ਐਸਾ ਜਿਹੜਾ ਮਾਰਗ ਤੇ ਧਰਮ ਕੀ ਪੌੜੀ ਤੇ ਭਗਤੀ ਦੇ ਸਹਿਤ ਇਹ ਜਿਹੜੀ ਪੌੜੀ ਭਾਵ ਸੀੜੀ ਹੈ, ਇਹ ਇੱਕ ਅਵਸਥਾ ਹੁੰਦੀ ਹੈ। ਇਹ ਅਵਸਥਾ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ। ਪੌੜੀ ਦਾ ਭਾਵ ਕਹਿ ਲਈਏ ਪੜਾਅ, ਜ਼ਿੰਦਗੀ ਦੇ ਵਿੱਚ ਜਿਹੜੇ ਪੜਾਅ ਆਉਂਦੇ ਹਨ, ਅਵਸਥਾਵਾਂ ਆਉਂਦੀਆਂ ਹਨ। ਤੇ ਧਰਮ ਦੀ ਜਿਹੜੀ ਪੌੜੀ ਹੈ, ਇਹ ਸੰਤ ਦੇ ਮਾਰਗ ਵਾਲੀ ਇਹ ਅਵਸਥਾ ਹੈ। ਇਸ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਵਿਰਲਾ ਹੀ ਪ੍ਰਾਪਤ ਕਰਦਾ ਹੈ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਜਿਨ੍ਹਾਂ ਨੇ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਚਿੱਤ ਲਾਇਆ ਹੈ, ਕਰੋੜਾਂ ਹੀ ਪਾਪ ਉਹਨਾਂ ਦੇ ਵਿਸ਼ੇਸ਼ ਜਿਹੜੇ ਕਿਲਵਿਖ ਪਾਪ ਹਨ ਨਾਸ਼ ਹੋ ਜਾਂਦੇ ਨੇ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਪ੍ਰਭੂ ਦੀ, ਪਰਮੇਸ਼ਰ ਦੀ ਭਾਈ ਸਦਾ ਹੀ ਉਸਤਤ ਕਰਿਆ ਕਰੋ, ਉਸ ਦੀ ਵਡਿਆਈ ਮਹਿਮਾ ਕਥਨ ਕਰਿਆ ਕਰੋ ਆਪਣੇ ਮੁਖ ਤੋਂ। ਜਿਨ ਪੂਰੀ ਕਲ ਰਾਖੀ, ਜਿਸ ਪਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਸ਼ਕਤੀ ਰੱਖੀ ਹੋਈ ਹੈ, ਸਾਰੀ ਸ਼ਕਤੀ ਦਾ ਉਹ ਪਰਮੇਸ਼ਰ ਮਾਲਕ ਹੈ, ਉਸ ਦੇ ਗੁਣਾਂ ਨੂੰ ਗਾਉਣਾ ਕਰੋ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰਾਂ ਦੀ ਜਿਹੜੀ ਸੱਚੀ ਸਿੱਖਿਆ ਹੈ, ਗੁਰੂ ਦੇ ਬਚਨ ਦੀ ਜਿਹੜੀ ਸ਼ੁਭ ਸਿੱਖਿਆ ਹੈ, ਉਪਦੇਸ਼ ਹੈ, ਇਸ ਨੂੰ ਮੰਨਣੇ ਕਰਕੇ, ਹਿਰਦੇ ਵਿੱਚ ਧਾਰਨ ਕਰਨੇ ਕਰਕੇ ਸਭ ਜੀਵ ਜੰਤੂ ਪਵਿੱਤਰ ਹੋ ਜਾਂਦੇ ਹਨ, ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਜਿਹੜਾ ਸਤਿਗੁਰਾਂ ਨੇ ਪਵਿੱਤਰ ਨਾਮ ਦ੍ਰਿੜ ਕਰਵਾਇਆ ਹੈ, ਸਤਿਨਾਮ ਸ੍ਰੀ ਵਾਹਿਗੁਰੂ, ਇਹ ਸਾਰੇ ਵਿਘਨਾਂ ਨੂੰ ਨਾਸ਼ ਕਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਮੇਟਣ ਵਾਲਾ ਹੈ। ਖੋਏ ਪਾਪ ਭਏ ਸਭ ਪਾਵਨ,
ਜਨ ਨਾਨਕ ਸੁਖ ਘਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਾਰੀ ਪਾਪ ਨਾਸ਼ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਹਨ, ਪਾਵਨ ਹੋ ਜਾਂਦੇ ਹਨ। ਸੁੱਖਾਂ ਦੇ ਸਹਿਤ ਉਹ ਆਪਣੇ ਤੁਰਿਆ ਪਦ ਰੂਪੀ ਘਰ ਦੇ ਵਿੱਚ ਆ ਜਾਂਦੇ ਨੇ, ਅੰਤਰਮੁਖੀ ਹੋ ਕੇ। ਤੇ ਉਹਨਾਂ ਦਾ ਜਿਹੜਾ ਸਰੂਪ ਰੂਪੀ ਘਰ ਹੈ ਉਹ ਸੁੱਖਾਂ ਦੇ ਨਾਲ ਭਰ ਜਾਂਦਾ ਹੈ। ਸੋਰਠ ਮਹੱਲਾ ਪੰਜਵਾ। ਸਾਹਿਬ ਗੁਣੀ ਗਹਿਰਾ। ਉਹ ਮਾਲਕ ਪਰਮੇਸ਼ਰ ਭਾਈ ਗੁਣਾਂ ਦਾ ਖਜ਼ਾਨਾ ਹੈ। ਘਰ ਲਸਕਰ ਸਭ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੀ ਵਡਿਆਈ ਕਥਨ ਕਰਦੇ ਕਹਿੰਦੇ ਨੇ, ਇਹ ਪਰਮੇਸ਼ਰ ਆਪ ਜੀ ਗੁਣਾਂ ਦੇ ਖਜ਼ਾਨੇ ਹੋ। ਘਰ ਲਸਕਰ ਸਭ ਤੇਰਾ, ਇਹ ਸਭ ਕੋਈ ਘਰ ਹੈ, ਜੋ ਕੋਈ ਲਾਮ ਲਸ਼ਕਰ ਜਿੰਨਾ ਵੀ ਹੈ, ਫੌਜਾਂ ਆਦਿਕ ਜੋ ਵੀ ਸੰਪਤੀ ਹੈ, ਧਨ ਦੌਲਤ ਹੈ, ਜੋ ਵੀ ਖਜ਼ਾਨਾ ਹੈ ਸੰਸਾਰ ਤੇ, ਇਹ ਸਭ ਤੇਰਾ ਹੀ ਹੈ। ਰਖਵਾਲੇ ਗੁਰ ਗੋਪਾਲਾ। ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਆਪ ਜੀ ਰੱਖਿਆ ਕਰਨ ਵਾਲੇ ਹੋ। ਸਭ ਜੀਅ ਭਏ ਦਇਆਲਾ। ਸਾਰੇ ਜੀਵਾਂ ਦੇ ਉੱਪਰ ਆਪ ਜੀ ਦਇਆ ਕਰਨ ਵਾਲੇ ਹੋ। ਜਪ ਆਨੰਦ ਰਹੋ ਗੁਰ ਚਰਨਾ। ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਆਨੰਦ ਦੇ ਸਹਿਤ ਜਪ ਕੇ ਸੁੱਖ ਪ੍ਰਾਪਤ ਕਰੀਦਾ। ਜਪ ਆਨੰਦ ਰਹੋ ਗੁਰ ਚਰਨਾ, ਗੁਰੂ ਦੇ ਚਰਨਾਂ ਨੂੰ ਜਪ ਕੇ ਭਾਈ ਆਨੰਦ ਵਿੱਚ ਰਹੀਦਾ ਹੈ। ਭਉ ਕਤ ਹੈ ਨਹੀਂ ਪ੍ਰਭ ਸਰਨਾ। ਪਰਮੇਸ਼ਰ ਦੀ ਸ਼ਰਨ ਵਿੱਚ ਵੀ ਜਾ ਕੇ ਭਲਾ ਕੋਈ ਡਰ ਲੱਗਦਾ ਹੈ? ਕਿਸੇ ਗੱਲ ਦਾ ਕੋਈ ਡਰ ਨਹੀਂ ਲੱਗਦਾ। ਨਾ ਕੋਈ ਜਮਾਂ ਦਾ ਡਰ ਸਤਾਉਂਦਾ ਹੈ, ਨਾ ਕੋਈ ਵਿਸ਼ਿਆਂ ਵਿਕਾਰਾਂ ਦਾ ਡਰ ਲੱਗਦਾ ਹੈ। ਕੋਈ ਚਿੰਤਾ ਝੋਰਾ ਨਹੀਂ ਵਿਆਪਦਾ ਹੈ। ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਨਾ ਤੇ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ। ਰਹਾਉ ਤੇਰੇ ਆਦਾਸਾਂ ਹਿਰਦੈ ਮੁਰਾਰੀ। ਹੇ ਮੁਰਾਰੀ, ਮੁਰਾਰੀ ਉਸ ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ ਤਾਂ ਹੈ। ਮੁਰ ਆਰੀ, ਮੁਰ ਨਾਮੀ ਇੱਕ ਦੈਂਤ ਹੋਇਆ, ਉਸ ਨੂੰ ਪਰਮੇਸ਼ਰ ਨੇ ਮਾਰਿਆ ਸੀ। ਮੁਰ ਦੈਂਤ ਦੇ ਆਰੀ ਦੁਸ਼ਮਣ ਪਰਮੇਸ਼ਰ ਜੀ। ਹੇ ਮੁਰਾਰੀ ਜੀ, ਆਪ ਜੀ ਦਾ ਨਾਮ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਵਸਿਆ ਹੈ। ਪ੍ਰਭ ਅਬ ਚਲ ਨੀਵ ਉਸਾਰੀ। ਆਪ ਹੀ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਜਿਹੜੀ ਅਬ ਚੱਲ ਚਲਾਇਮਾਨ ਤੋਂ ਰਹਿਤ ਹੈ, ਭਗਤੀ ਦੀ ਨੀਂਹ ਆਪ ਜੀ ਨੇ ਰੱਖ ਦਿੱਤੀ ਹੈ, ਜਿਹੜੀ ਕਦੇ ਡੋਲਣ ਵਾਲੀ ਨਹੀਂ, ਡਿੱਗਣ ਵਾਲੀ ਨਹੀਂ ਹੈ। ਬਾਲ ਧਨ ਤਕੀਆ ਤੇਰਾ। ਤੇਰਾ ਆਸਰਾ ਹੀ ਪਰਮੇਸ਼ਰ ਸਾਡਾ ਬਾਲ ਹੈ, ਤੇਰਾ ਆਸਰਾ ਹੀ ਸਾਡੇ ਲਈ ਧਨ ਰੂਪ ਹੈ। ਤੂੰ ਭਾਰੋ ਠਾਕੁਰ ਮੇਰਾ। ਤੁਸੀਂ ਸਾਡੇ ਵੱਡੇ ਮਾਲਕ ਹੋ। ਜਿਨ ਜਿਨ ਸਾਧ ਸੰਗ ਪਾਇਆ। ਜਿਨ੍ਹਾਂ ਜਿਨ੍ਹਾਂ ਨੇ ਵੀ ਸਾਧ ਸੰਗਤ ਨੂੰ ਪ੍ਰਾਪਤ ਕੀਤਾ ਹੈ, ਸਤ ਸੰਗਤ ਦੇ ਵਿੱਚ ਆਉਣਾ ਕੀਤਾ ਹੈ, ਸੋ ਪ੍ਰਭ ਆਪ ਤਰਾਇਆ। ਉਹਨਾਂ ਨੂੰ ਪਰਮੇਸ਼ਰ ਨੇ ਆਪ ਸੰਸਾਰ ਤੋਂ ਤਾਰਿਆ ਹੈ। ਸਤ ਸੰਗਤ ਵਿੱਚ ਜੋ ਆਉਂਦੇ ਹਨ, ਸਤ ਸੰਗਤ ਸਾਧ ਸੰਗਤ ਜੀ ਬੇੜੀ ਹੈ। ਇਹ ਜਿਵੇਂ ਬੇੜੀ ਤੈਰਦੀ ਹੁੰਦੀ ਹੈ ਨਾ ਸਮੁੰਦਰ ਦੇ ਉੱਪਰ, ਇਸ ਤਰ੍ਹਾਂ ਬੇੜੀ ਦੀ ਨਿਆਈ ਹੈ, ਜਹਾਜ਼ ਦੀ ਨਿਆਈ ਹੈ ਸਾਧ ਸੰਗਤ। ਇੱਥੇ ਬੈਠ ਕੇ ਜਿਹੜਾ ਸੰਸਾਰ ਤੋਂ ਤਰਨਾ ਹੁੰਦਾ ਹੈ। ਜਿਵੇਂ ਚਲਾਉਣ ਵਾਲਾ ਤਾਂ ਬੇੜੀ ਇੱਕ ਜਣਾ ਹੀ ਹੁੰਦਾ, ਮਲਾਹ ਚਲਾਉਂਦਾ ਹੈ, ਜਾਂ ਕੋਈ ਜਹਾਜ਼ ਹੈ ਉਹਨੂੰ ਵੀ ਪਾਇਲਟ ਚਲਾਉਂਦੇ ਹਨ, ਕੋਈ ਗੱਡੀ ਹੈ ਉਹਨੂੰ ਡਰਾਈਵਰ ਚਲਾ ਰਿਹਾ ਹੈ। ਸਾਰੇ ਚੁੱਪ ਕਰਕੇ ਸ਼ਾਂਤ ਬੈਠੇ ਹੁੰਦੇ ਹਨ। ਉਹ ਸਫ਼ਰ ਉਹ ਵੀ ਪੂਰਾ ਕਰ ਜਾਂਦੇ ਨੇ, ਮੰਜ਼ਿਲ ਤੇ ਉਹ ਵੀ ਪਹੁੰਚ ਜਾਂਦੇ ਨੇ। ਜਿੱਥੇ ਚਲਾਉਣ ਵਾਲਾ ਪਹੁੰਚਦਾ ਹੈ ਉੱਥੇ ਹੀ ਸਫ਼ਰ ਕਰਨ ਵਾਲੇ ਨਾਲ ਪਹੁੰਚ ਜਾਂਦੇ ਹਨ। ਬੇੜੀ ਦੇ ਵਿੱਚ ਬੈਠ ਹੀ ਕੋਈ ਜਾਵੇ ਨਾ, ਕਰੇ ਭਾਵੇਂ ਕੁਝ ਵੀ ਨਾ, ਤੇ ਉਹ ਵੀ ਪਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਰੂਪੀ ਮਲਾਹ ਹੈ, ਸਤ ਸੰਗਤ ਰੂਪੀ ਬੇੜੀ ਹੈ। ਇਸ ਬੇੜੀ ਦੇ ਵਿੱਚ ਜੋ ਵੀ ਸਵਾਰ ਹੋ ਜਾਂਦਾ ਹੈ ਨਾ, ਉਹ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਇਸ ਬੇੜੀ ਦੇ ਵਿੱਚ ਬੈਠ ਜਾਈਏ ਸ਼ਾਂਤ ਚਿੱਤ ਹੋ ਕੇ, ਮਹਾਰਾਜ ਸਾਹਿਬ ਜੀ ਪਾਰ ਲਾ ਦਿੰਦੇ ਹਨ ਸੰਸਾਰ ਤੋਂ। ਮਹਾਰਾਜ ਬਚਨ ਕਰਦੇ ਨੇ, ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਉਹਨਾਂ ਨੂੰ ਪਰਮੇਸ਼ਰ ਨੇ ਆਪ ਤਰਾਉਣਾ ਕੀਤਾ, ਸੰਸਾਰ ਤੋਂ ਤਾਰਿਆ ਹੈ। ਕਰ ਕਿਰਪਾ ਨਾਮ ਰਸ ਦੀਆ।
ਕਿਰਪਾ ਕਰਕੇ ਪਰਮੇਸ਼ਰ ਨੇ ਆਪਣੇ ਨਾਮ ਦਾ ਰਸ ਦੇਣਾ ਕੀਤਾ ਹੈ ਕੁਸਲ ਖੇਮ ਸਭ ਥੀਆ। ਤੇ ਸਭ ਹੀ ਆਨੰਦ ਦੇ ਸਹਿਤ ਪ੍ਰਾਪਤੀ ਹੋ ਗਈ, ਜੀਵਨ ਸਫਲ ਹੋ ਗਿਆ, ਸਾਰੇ ਆਨੰਦ ਖੁਸ਼ੀਆਂ ਖੇੜੇ ਪ੍ਰਾਪਤ ਹੋ ਗਏ। ਹੋਏ ਪ੍ਰਭੂ ਸਹਾਈ, ਆਪਣੇ ਸੇਵਕਾਂ ਦੇ ਪਰਮੇਸ਼ਰ ਆਪ ਸਹਾਈ ਹੁੰਦੇ ਹਨ। ਸਭ ਉਠ ਲਾਗੀ ਪਾਈ। ਜਿਨ੍ਹਾਂ ਵੀ ਸੇਵਕਾਂ ਦੇ, ਜਿਨ੍ਹਾਂ ਵੀ ਭਗਤਾਂ ਦੇ ਉੱਪਰ ਪਰਮੇਸ਼ਰ ਆਪ ਦਇਆ ਕਰਕੇ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਦੇ ਸਹਾਇਤਾ ਕਰਨ ਵਾਲੇ ਹੋ ਜਾਂਦੇ ਹਨ ਤੇ ਸਾਰੀ ਸ੍ਰਿਸ਼ਟੀ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਲੱਗ ਜਾਂਦੀ ਹੈ। ਹੋਏ ਪ੍ਰਭੂ ਸਹਾਈ, ਜਿਨ੍ਹਾਂ ਦੇ ਪਰਮੇਸ਼ਰ ਸਹਾਈ ਹੁੰਦਾ ਹੈ ਤੇ ਸਾਰੀ ਦੁਨੀਆ ਹੀ ਉਹਨਾਂ ਦੇ ਚਰਨਾਂ ਵਿੱਚ ਆ ਪੈਂਦੀ ਹੈ। ਸਾਸ ਸਾਸ ਪ੍ਰਭ ਧਿਆਈਐ। ਸਵਾਸ ਸਵਾਸ ਭਾਈ ਪ੍ਰਭੂ ਪਰਮੇਸ਼ਰ ਨੂੰ ਧਿਆਉਣਾ ਕਰੀਏ। ਹਰ ਮੰਗਲ ਨਾਨਕ ਗਾਈਐ। ਉਸ ਦੇ ਗੁਣਾਂ ਦੇ ਗੀਤ, ਪਰਮੇਸ਼ਰ ਦੇ ਜਸ ਦੇ ਗੀਤ ਵੀ ਗਾਉਣਾ ਕਰੀਏ। ਸੋਰਠ ਮਹੱਲਾ ਪੰਜਵਾ। ਸੂਖ ਸਹਿਜ ਆਨੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਗਿਆਨ ਦੇ ਸਹਿਤ ਆਨੰਦ ਹੈ, ਜਿਹੜਾ ਸੁਖ ਹੈ, ਪ੍ਰਭ ਮਿਲਿਓ ਮਨ ਭਾਵੰਦਾ। ਇਹ ਉਦੋਂ ਸਾਰੇ ਪ੍ਰਾਪਤ ਹੋ ਜਾਂਦੇ ਨੇ, ਉਦੋਂ ਆਨੰਦ ਵੀ ਆ ਜਾਂਦਾ ਹੈ, ਸੁਖ ਵੀ ਆ ਜਾਂਦਾ ਹੈ। ਗਿਆਨ ਦੇ ਸਹਿਤ ਕਦੋਂ ਆਉਂਦਾ ਹੈ? ਪ੍ਰਭ ਮਿਲਿਓ, ਜਦੋਂ ਪ੍ਰਭੂ ਮਿਲ ਪਵੇ, ਪਰਮੇਸ਼ਰ ਮਿਲ ਪਵੇ। ਮਨ ਭਾਵੰਦਾ, ਜੋ ਮਨ ਨੂੰ ਭਾਉਣ ਵਾਲਾ ਹੈ। ਪੂਰੇ ਗੁਰ ਕਿਰਪਾ ਧਾਰੀ। ਪੂਰੇ ਗੁਰਾਂ ਨੇ ਸਾਡੇ ਉੱਪਰ ਜਦੋਂ ਕਿਰਪਾ ਕੀਤੀ ਹੈ, ਤਾ ਗਤ ਭਈ ਹਮਾਰੀ। ਤਾਂ ਸਾਡੀ ਕਲਿਆਣ ਹੋਈ ਹੈ। ਸੰਸਾਰ ਤੋਂ ਸਾਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਹਰਿ ਕੀ ਪ੍ਰੇਮ ਭਗਤ ਮਨ ਲੀਨਾ। ਜਦੋਂ ਤੋਂ ਸਾਡਾ ਹਰੀ ਪਰਮੇਸ਼ਰ ਦੀ ਭਗਤੀ ਦੇ ਵਿੱਚ, ਪ੍ਰੇਮਾ ਭਗਤੀ ਦੇ ਵਿੱਚ ਮਨ ਲੀਨ ਹੋਇਆ ਹੈ। ਨਿਤ ਬਾਜੇ ਅਨਹਤ ਬੀਨਾ। ਹੁਣ ਨਿਤਾ ਪ੍ਰਤੀ ਹੀ ਇੱਕ ਰਾਸ ਅਨਹਦ ਵਾਜੇ ਵੱਜਦੇ ਹਨ। ਸਾਧ ਸੰਗਤ ਜੀ, ਬੀਨਾ ਸ਼ਬਦ ਦਾ ਭਾਵ ਹੈ ਕਿ ਇੱਕ ਸਾਜ਼ ਦਾ ਨਾਮ ਹੈ ਬੀਨ। ਬੜੇ ਤਰ੍ਹਾਂ ਦੀਆਂ ਬੀਨਾਂ ਹੁੰਦੀਆਂ ਹਨ, ਬੜੇ ਤਰ੍ਹਾਂ ਦੇ ਸਾਜ਼ ਬਣਾਏ ਗਏ ਹਨ। ਅੱਜ ਨਵੇਂ ਤੋਂ ਨਵੇਂ ਤਰ੍ਹਾਂ ਦੇ ਸਾਜ਼ ਬਣ ਰਹੇ ਨੇ। ਪੁਰਾਣੇ ਸਮਿਆਂ ਦੇ ਵਿੱਚ ਸਾਜ਼ ਹੋਰ ਤਰ੍ਹਾਂ ਦੇ ਹੁੰਦੇ ਸੀ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਇੱਕ ਰਸ ਜਿਹੜੇ ਵਾਜੇ ਉਹਨਾਂ ਦੇ ਅੰਦਰ ਵੱਜਣ ਲੱਗ ਪੈਂਦੇ ਨੇ। ਪਰਮੇਸ਼ਰ ਦੇ ਨਾਮ ਦੀਆਂ ਧੁਨਾਂ ਜਿਹੜੀਆਂ ਹਨ ਉਹਨਾਂ ਦੇ ਸਰੀਰ ਵਿੱਚ ਉਹ ਸੁਣਾਈ ਦਿੰਦੀਆਂ ਨੇ ਸੰਗੀਤ ਰੂਪ ਵਿੱਚ। ਤੇ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬਣ ਜਾਂਦੀ ਹੈ। ਰਹਾਉ ਹਰ ਚਰਨ ਕੀ ਓਟ ਸਤਾਣੀ। ਸਾਨੂੰ ਭਾਈ ਪਰਮੇਸ਼ਰ ਦੇ ਚਰਨਾਂ ਦੀ ਜਿਹੜੀ ਸਹਿਤ ਬਲ ਵਾਲੀ ਜਿਹੜੀ ਓਟ ਲਈ ਹੋਈ ਹੈ, ਆਸਰਾ ਲਿਆ ਹੋਇਆ ਹੈ। ਪਰਮੇਸ਼ਰ ਦੇ ਜਿਹੜੇ ਚਰਨ ਹਨ ਇਹ ਬਲ ਦੇ ਸਹਿਤ ਨੇ। ਪਰਮੇਸ਼ਰ ਦੇ ਚਰਨਾਂ ਦੀ ਜਿਹੜੀ ਓਟ ਲੈਣੀ ਹੈ ਬਲ ਦੇ ਸਹਿਤ ਹੁੰਦੀ ਹੈ। ਸਭ ਚੂਕੀ ਕਾਣ ਲੋਕਾਣੀ। ਤਦੋਂ ਤੋਂ ਦੁਨੀਆ ਦੀ, ਲੋਕਾਂ ਦੀ ਜਿਹੜੀ ਮੁਥਾਜਗੀ ਹੈ ਇਹ ਚੁੱਕੀ ਗਈ ਹੈ। ਜਗ ਜੀਵਨ ਦਾਤਾ ਪਾਇਆ। ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਪਰਮੇਸ਼ਰ ਨੂੰ ਅਸੀਂ ਪਾਲਿਆ ਹੈ। ਹਰ ਰਸਕ ਰਸਕ ਗੁਣ ਗਾਇਆ। ਰਸ ਦੇ ਸਹਿਤ ਹੋ ਕੇ ਗੁਣਾਂ ਨੂੰ ਗਾਉਣਾ ਕੀਤਾ ਹੈ। ਪ੍ਰਭ ਕਾਟਿਆ ਜਮ ਕਾ ਫਾਸਾ। ਪਰਮੇਸ਼ਰ ਨੇ ਆਪ ਹੀ ਆਪਣੇ ਪਿਆਰਿਆਂ ਦਾ ਜਿਹੜਾ ਜਮਾਂ ਦਾ ਫਾਹਾ ਸੀ ਉਹ ਕੱਟ ਦਿੱਤਾ ਹੈ। ਮਨ ਪੂਰਨ ਹੋਈ ਆਸਾ। ਮਨ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਗਈਆਂ। ਜਹ ਪੇਖਾ ਤਹ ਸੋਈ। ਜਿੱਧਰ ਵੀ ਹੁਣ ਦੇਖੀਦਾ ਉਧਰ ਹੀ ਪਰਮੇਸ਼ਰ ਦਿਸਦਾ ਹੈ। ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ। ਹਰ ਪ੍ਰਭ ਬਿਨ ਅਵਰ ਨਾ ਕੋਈ। ਕਿ ਪਰਮੇਸ਼ਰ ਤੋਂ ਬਗੈਰ ਭਾਈ ਹੋਰ ਕੋਈ ਨਹੀਂ ਹੈ। ਪਰਮੇਸ਼ਰ ਅਕਾਲ ਪੁਰਖ ਹੀ ਸਭ ਥਾਵਾਂ ਤੇ ਰਮਿਆ ਹੋਇਆ ਹੈ। ਕਰ ਕਿਰਪਾ ਪ੍ਰਭ ਰਾਖੇ। ਪ੍ਰਭੂ ਪਰਮੇਸ਼ਰ ਨੇ ਕਿਰਪਾ ਕਰਕੇ ਸਾਨੂੰ ਰੱਖਣਾ ਕੀਤਾ, ਸਾਡੀ ਰੱਖਿਆ ਕੀਤੀ ਹੈ। ਸਭ ਜਨਮ ਜਨਮ ਦੁੱਖ ਲਾਥੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਇਕੱਠੇ ਕੀਤੇ ਹੋਏ ਪਾਪ ਸੀ, ਸਿਰ ਤੇ ਚੜਿਆ ਹੋਇਆ ਪਾਪਾਂ ਦਾ ਕਰਜ਼ਾ ਸੀ,
ਉਹ ਲੈ ਗਿਆ ਹੈ। ਨਿਰਭਉ ਨਾਮ ਧਿਆਇਆ, ਡਰ ਤੋਂ ਰਹਿਤ ਜੋ ਪ੍ਰਮਾਤਮਾ ਹੈ ਨਿਰਭਉ, ਉਸ ਦੇ ਨਾਮ ਨੂੰ ਜਦੋਂ ਧਿਆਉਣਾ ਕੀਤਾ, ਅਟਲ ਸੁਖ ਨਾਨਕ ਪਾਇਆ। ਅਟਲ ਸੁੱਖ ਅਸੀਂ ਪ੍ਰਾਪਤ ਕੀਤਾ। ਮਹਾਰਾਜ ਜੀ ਕਹਿੰਦੇ ਜਿਹੜਾ ਅਟਲ ਸੁੱਖ ਹੈ ਨਾ, ਟਲਣ ਤੋਂ ਰਹਿਤ, ਜਿਹੜਾ ਕਦੇ ਖਤਮ ਨਹੀਂ ਹੋਣ ਵਾਲਾ। ਹੋਰ ਦੁਨੀਆ ਦੇ ਸੁੱਖ ਸਾਧ ਸੰਗਤ ਜੀ ਖਤਮ ਹੋ ਜਾਂਦੇ ਨੇ, ਬੜੇ ਬੜੇ ਸੁੱਖ ਆਪਾਂ ਸਮਝਦੇ ਆ ਕਿ ਮਾਇਆ ਕਰਕੇ ਸੁੱਖ ਹੁੰਦਾ ਹੈ। ਨਹੀਂ, ਇਹ ਕੇਵਲ ਭੁਲੇਖਾ ਹੈ ਮਨੁੱਖ ਦੇ ਮਨ ਵਿੱਚ। ਅਸਲੀ ਜਿਹੜਾ ਭਾਈ ਨਾਮ ਜਪਣ ਦੇ ਨਾਲ, ਗੁਰੂ ਕੀ ਸੇਵਾ ਨਾਲ ਸੁੱਖ ਹੈ ਨਾ, ਉਹ ਅਸਲੀ ਸੁੱਖ ਹੈ। ਇਸ ਦੇ ਪ੍ਰਾਪਤੀ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਨੇ। ਤੇ ਜਿਹੜੇ ਮਾਇਆ ਦੇ ਸੁੱਖ ਹਨ ਉਹ ਸਾਧ ਸੰਗਤ ਜੀ ਸਦੀਵ ਕਾਲ ਰਹਿਣ ਵਾਲੇ ਨਹੀਂ, ਥੋੜੇ ਸਮੇਂ ਦਾ ਸੁੱਖ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਐ। ਜਿਹੜਾ ਥੋੜੇ ਸਮੇਂ ਵਿੱਚ ਹੀ ਸੁੱਖ ਖਤਮ ਹੋ ਜਾਵੇ ਉਹਨੂੰ ਤਾਂ ਬੜਾ ਤੁੱਛ ਮਾਤਰ ਸਮਝਣਾ ਚਾਹੀਦਾ ਹੈ। ਮਾਇਆ ਦਾ ਸੁੱਖ ਸਾਧ ਸੰਗਤ ਜੀ ਜਦੋਂ ਆਪਾਂ ਵੇਖਣੇ ਆ, ਬੜੇ ਬੜੇ ਜਿਹੜੇ ਵੱਡੇ ਲੋਕ ਸੀ ਉਹ ਹੁਣ ਕੰਗਾਲ ਹੋ ਗਏ, ਉਹਨਾਂ ਦੇ ਕੋਲ ਕੱਖ ਵੀ ਨਹੀਂ ਰਿਹਾ। ਉਹ ਮਾਇਆ ਦੇ ਕਰਕੇ ਆਪਣੇ ਆਪ ਨੂੰ ਸੁਖੀ ਸਮਝਦੇ ਸਨ। ਜਦੋਂ ਕੋਈ ਉਹਨਾਂ ਕੋਲ ਪੈਸਾ ਟਕਾ ਨਹੀਂ ਬਚਿਆ ਤੇ ਉਹ ਦੁਖਦਾਈ ਹੋ ਗਏ। ਜਿੰਨਾ ਚਿਰ ਮਾਇਆ ਸੁੱਖ, ਤੇ ਜਦੋਂ ਚਲੇ ਗਈ ਉਦੋਂ ਦੁੱਖ। ਇਹਦਾ ਕੀ ਪਤਾ ਕਦੋਂ ਚਲੇ ਜਾਏ, ਕੋਈ ਭਰੋਸਾ ਨਹੀਂ। ਕਰੋੜਾਪਤੀ ਵੀ ਮਨੁੱਖ ਖਿਣ ਮਾਤਰ ਸਮੇਂ ਵਿੱਚ ਹੀ ਕੰਗਾਲ ਹੋ ਸਕਦਾ ਹੈ। ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਪੈਸਾ ਰੁੜ ਜਾਂਦਾ ਹੈ। ਇਸ ਕਰਕੇ ਜਦੋਂ ਪੁੱਠੀ ਗਿਣਤੀ ਸ਼ੁਰੂ ਹੋ ਜਾਵੇ ਨਾ, ਉਦੋਂ ਕੋਈ ਪਤਾ ਨਹੀਂ ਚੱਲਦਾ ਹੈ। ਇਸ ਕਰਕੇ ਪਰਮੇਸ਼ਰ ਦੇ ਜਿਹੜਾ ਨਾਮ ਦਾ ਸੁੱਖ ਹੈ ਸਾਧ ਸੰਗਤ ਜੀ, ਮਹਾਰਾਜ ਜੀ ਕਹਿੰਦੇ ਨੇ ਅਟਲ ਸੁੱਖ ਨਾਨਕ ਪਾਇਆ। ਗੁਰੂ ਦੇ ਪਾਸੋਂ ਅਸਾਂ ਨੇ ਅਟਲ ਸੁੱਖ ਪ੍ਰਾਪਤ ਕੀਤਾ, ਜੋ ਕਦੇ ਟਲਦਾ ਨਹੀਂ ਹੈ। ਭਾਵ ਕਿ ਅਟਲ ਹੀ ਰਹਿਣ ਵਾਲਾ ਹੈ, ਕਦੇ ਖਤਮ ਨਹੀਂ ਹੁੰਦਾ। ਇਹ ਸੁੱਖ ਨੂੰ ਖਤਮ ਕੀਤਾ ਹੀ ਨਹੀਂ ਜਾ ਸਕਦਾ, ਸਦੀਵ ਕਾਲ ਰਹੀ ਰਹਿਣ ਵਾਲਾ ਹੈ। ਸੋਰਠ ਮਹੱਲਾ ਪੰਜਵਾ, ਠਾਂਡ ਪਾਈ ਕਰਤਾਰੇ। ਜਦੋਂ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਲਕ ਅਵਸਥਾ ਦੇ ਵਿੱਚ ਹੀ ਤਾਪ ਚੜ ਗਿਆ ਸੀ, ਬੜਾ ਤੇਜ਼ ਬੁਖਾਰ ਹੋ ਗਿਆ। ਤੇ ਜਿਸ ਵਕਤ ਰਾਜੀ ਹੋ ਗਏ ਸੀ ਬੁਖਾਰ ਤੋਂ ਬਾਅਦ, ਉਦੋਂ ਸੰਗਤਾਂ ਨੇ ਫਿਰ ਆ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਜਿਵੇਂ ਪਤਾ ਲੈਣ ਵਾਸਤੇ ਜਾਂਦੇ ਆ, ਆਪਾਂ ਵੀ ਕੋਈ ਢਿੱਲਾ ਮੱਠਾ ਹੋ ਜਾਵੇ ਉਹਦਾ ਪਤਾ ਲੈਣ ਜਾਈਦਾ ਕਿ ਭਾਈ ਹੁਣ ਤੂੰ ਠੀਕ ਠਾਕ ਹੈ ਤੇ ਕੋਈ ਫਰਕ ਪਿਆ ਹੈ ਕਿ ਨਹੀਂ। ਇੱਦਾਂ ਦਾ ਜੋ ਪਤਾ ਲੈਣ ਜਾਂਦੇ ਸੰਗਤਾਂ ਆਈਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਕਿ ਸਤਿਗੁਰੂ ਜੀ ਬਾਲਕ ਨੂੰ ਤਾਪ ਚੜਿਆ ਸੀ ਤੇ ਹੁਣ ਠੀਕ ਹੈ। ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੋਏ ਬਚਨ ਕਹਿੰਦੇ ਹਨ, ਕਹਿੰਦੇ ਠਾਢ ਪਾਈ ਕਰਤਾਰੇ। ਪਰਮੇਸ਼ਰ ਕਰਤਾਰ ਪੁਰਖ, ਜਿਹੜਾ ਕਰਤਾ ਪੁਰਖ ਹੈ ਸਾਰੇ ਸੰਸਾਰ ਨੂੰ ਕਰਨ ਵਾਲਾ, ਉਸਨੇ ਠਾਢ ਪਾਈ, ਠੰਡ ਪਾ ਦਿੱਤੀ ਹੈ। ਭਾਵ ਸ਼ਾਂਤੀ ਦੀ ਬਖਸ਼ਿਸ਼ ਕੀਤੀ ਹੈ। ਹੁਣ ਤਾਪ ਕਰਕੇ ਸ਼ਾਂਤੀ ਹੈ। ਤੇ ਠੰਡ ਪਾਈ ਦਾ ਭਾਵ ਹੁੰਦਾ ਠੰਡ ਪੈਣੀ, ਸ਼ਾਂਤੀ ਪੈਣੀ। ਇਹ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਤਾਪ ਛੋੜ ਗਿਆ ਪਰਵਾਰੇ। ਜਿਹੜਾ ਤਾਪ ਹੈ ਨਾ, ਆਦਿ ਵਿਆਧੀ ਉਪਾਧੀ, ਇਹ ਤਿੰਨੇ ਤਾਪ ਹੀ ਪਰਿਵਾਰ ਨੂੰ ਵੀ ਛੱਡ ਗਏ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਤਾਂ ਇਹ ਸ਼ਬਦ ਵਰਤੇ ਹੀ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਾਂ ਤਾਪ ਨੇ ਛੱਡ ਹੀ ਦਿੱਤਾ, ਸਾਰੇ ਪਰਿਵਾਰ ਨੂੰ, ਸਾਡੇ ਸਾਰੇ ਸਿੱਖ ਪਰਿਵਾਰ ਨੂੰ ਵੀ ਇਹਨਾਂ ਨੇ ਛੱਡ ਦਿੱਤਾ ਹੈ। ਗੁਰ ਪੂਰੇ ਹੈ ਰਾਖੀ। ਪੂਰਿਆਂ ਗੁਰਾਂ ਨੇ ਭਾਈ ਸਾਡੀ ਰਾਖੀ ਰੱਖਿਆ ਕੀਤੀ ਹੈ। ਸਰਨ ਸੱਚੇ ਕੀ ਤਾਕੀ। ਕਿਉਂਕਿ ਅਸੀਂ ਸੱਚੇ ਪਰਮੇਸ਼ਰ ਦੀ ਸ਼ਰਨ ਤੱਕੀ ਹੈ, ਸ਼ਰਨ ਨੂੰ ਤੱਕਣਾ ਕੀਤਾ ਹੈ। ਪਰਮੇਸ਼ਰ ਆਪ ਹੋਆ ਰਖਵਾਲਾ। ਆਪ ਹੀ ਪਰਮੇਸ਼ਰ ਰਖਵਾਲਾ ਹੋਇਆ, ਰੱਖਿਆ ਕਰਨ ਵਾਲਾ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਨ ਹੋਆ ਸਦਾ ਸੁਖਾਲਾ। ਸ਼ਾਂਤੀ ਸਹਿਜ ਸੁਖ, ਇਹ ਗਿਆਨ ਦੇ ਸਹਿਤ ਤੇ ਇਸੇ ਤਰ੍ਹਾਂ ਆਤਮਿਕ ਅਵਸਥਾ ਦੇ ਸਹਿਤ ਸ਼ਾਂਤੀ ਆ ਗਈ। ਖਿਣ ਮਾਤਰ ਸਮੇਂ ਦੇ ਵਿੱਚ ਹੀ ਸਭ ਕੁਝ ਪ੍ਰਾਪਤ ਹੋਇਆ। ਮਨ ਹੋਆ ਸਦਾ ਸੁਖਾਲਾ, ਮਨ ਸਦਾ ਵਾਸਤੇ ਸੁਖਾਲਾ ਸੁਖਦਾਈ ਹੋ ਗਿਆ ਹੈ। ਰਹਾਉ
ਹਰ ਹਰ ਨਾਮ ਦਿਓ ਦਾਰੂ। ਕਿਉਂਕਿ ਜਿਹੜਾ ਇਹ ਪਰਮੇਸ਼ਰ ਦੇ ਦੁਆਰਾ ਰੋਗਾਂ ਨੂੰ ਮੇਟਿਆ ਜਾਂਦਾ ਨਾ, ਉਹ ਇੱਕ ਦਵਾਈ ਆ, ਉਹ ਹੈ ਪਰਮੇਸ਼ਰ ਦੇ ਨਾਮ ਦੀ ਦਵਾਈ। ਹਰ ਹਰ ਨਾਮ ਦਿਓ ਦਾਰੂ, ਆਪਣੇ ਨਾਮ ਦੀ ਦਾਰੂ ਦਵਾਈ ਦਿੱਤੀ ਹੈ ਪਰਮੇਸ਼ਰ ਨੇ। ਤਿੰਨ ਸਗਲਾ ਰੋਗ ਬਿਦਾਰੂ। ਤੇ ਸਾਰਾ ਹੀ ਜਿਹੜਾ ਰੋਗ ਸੀ ਉਹ ਪਰਮੇਸ਼ਰ ਨੇ ਮੇਟ ਦਿੱਤਾ ਹੈ ਨਾਮ ਰੂਪੀ ਦਵਾਈ ਦੇ ਨਾਲ। ਸਰਬ ਰੋਗ ਕਾ ਔਖਦ ਨਾਮ। ਆਪਣੀ ਕਿਰਪਾ ਧਾਰੀ। ਆਪਣੀ ਕਿਰਪਾ ਕੀਤੀ। ਤਿੰਨ ਸਗਲੀ ਬਾਤ ਸਵਾਰੀ। ਸਾਰੀ ਜਿਹੜੀ ਜ਼ਿੰਦਗੀ ਦੀ ਗੱਲਬਾਤ ਹੈ ਨਾ, ਉਹ ਪਰਮੇਸ਼ਰ ਨੇ ਸਵਾਰ ਦਿੱਤੀ ਹੈ, ਹੱਲ ਕਰ ਦਿੱਤੀ ਹੈ। ਪ੍ਰਭ ਆਪਣਾ ਬਿਰਦ ਸਮਾਰਿਆ। ਪਰਮੇਸ਼ਰ ਨੇ ਆਪਣਾ ਬਿਰਦ ਜਿਹੜਾ ਧਰਮ ਵਾਅਦਾ ਕੀਤਾ ਸੀ, ਪਰਨ ਕੀਤਾ ਹੁੰਦਾ ਨਾ ਬਿਰਦ, ਪਰਮੇਸ਼ਰ ਦਾ ਜਿਹੜਾ ਸੁਭਾਅ ਹੈ ਪਰਨ ਹੈ, ਉਹ ਸੰਭਾਲਣਾ ਕੀਤਾ ਪਰਮੇਸ਼ਰ ਨੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਾਡੇ ਗੁਣ ਅਵਗੁਣ ਨੂੰ ਨਹੀਂ ਵਿਚਾਰਨਾ ਕੀਤਾ ਪਰਮੇਸ਼ਰ ਨੇ। ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਦਾ ਜਿਹੜਾ ਪਵਿੱਤਰ ਸ਼ਬਦ ਹੈ, ਉਪਦੇਸ਼ ਹੈ, ਇਸ ਗੱਲ ਦੀ ਸਾਖੀ ਗਵਾਹੀ ਦਿੰਦਾ ਹੈ। ਤਿੰਨ ਸਗਲੀ ਲਾਜ ਰਾਖੀ। ਕਿ ਪਰਮੇਸ਼ਰ ਦੇ ਪਿਆਰਿਆਂ ਦੀ ਪਰਮੇਸ਼ਰ ਰੱਖਿਆ ਕਰਦਾ, ਇਸ ਗੱਲ ਦੀ ਗਵਾਹੀ ਦਿੰਦਾ ਗੁਰੂ ਦਾ ਬਚਨ। ਬੋਲਾਇਆ ਬੋਲੀ ਤੇਰਾ। ਪਰਮੇਸ਼ਰ ਤੇਰਾ ਹੀ ਬੁਲਾਇਆ ਹੋਇਆ ਦਾਸ ਬੋਲਦਾ ਹੈ। ਤੂੰ ਸਾਹਿਬ ਗੁਣੀ ਗਹਿਰਾ। ਤੂੰ ਸਾਰਿਆਂ ਦਾ ਮਾਲਕ, ਗੁਣਾਂ ਦਾ ਖਜ਼ਾਨਾ ਹੈ। ਜਪ ਨਾਨਕ ਨਾਮ ਸੱਚ ਸਾਖੀ। ਤੇ ਗੁਰੂ ਦੀ ਸੱਚੀ ਸਿੱਖਿਆ ਭਾਈ ਪਰਮੇਸ਼ਰ ਦਾ ਸੱਚਾ ਨਾਮ ਹੀ ਹੈ। ਨਾਮ ਜਪਣਾ ਹੀ ਗੁਰੂ ਦੀ ਸੱਚੀ ਸਿੱਖਿਆ ਹੈ। ਆਪਣੇ ਦਾਸ ਕੀ ਪੈਜ ਰਾਖੀ। ਜਿਸ ਦੇ ਦੁਆਰਾ ਉਹ ਆਪਣੇ ਦਾਸਾਂ ਦੀ ਰਾਖੀ ਰੱਖਿਆ ਕਰਦਾ ਹੈ, ਇੱਜ਼ਤ ਪੈਜ ਰੱਖਦਾ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ, ਪਵਿੱਤਰ ਉਪਦੇਸ਼ ਬਖਸ਼ਿਆ ਹੈ। 622 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੇ ਸੰਪੂਰਨ ਹੋਏ ਹਨ। ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਜੀ। ਜਪ ਨਾਨਕ ਨਾਮ ਸੱਚ ਸਾਖੀ। ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।